अखिल भारतीय सफाई मजदूर यूनियन की ओर से प्रधान रमेश कट्टो की अध्यक्षता में उन्होंने एक रोष प्रदर्शन का आयोजन किया, जिसमें उन्होंने अपनी मांगों को दोहराया है। और अपनी बात रखते हुए प्रधान रमेश कट्टो ने कहा कि पिछले 15-20 वर्षों से जो सीवरमैन और सफाई सेवक इस नगर निगम में काम कर रहे हैं, उन्हें कॉन्ट्रैक्ट पे करने के लिए उनका यह संघर्ष है, क्योंकि इसके चलते उन्होंने जो भी अपनी सेवाएं नगर निगम को दी है, उन्हें उनके अधिकार नहीं मिल रहे हैं। नतीजा ये है कि वो बार बार अपने मांग पत्र भी दे रहे हैं, रोष मुजाहरे भी कर रहे हैं, लेकिन अभी तक कोई भी सटीक हल उनके हाथ में नहीं आया है। उन्होंने कहा कि यही कारण है कि अब वो हड़ताल पर जाने के लिए मजबूर हैं, लेकिन फिलहाल उन्होंने कहा है कि जिलाधीश ने उन्हें टेबल टॉक करने के लिए बुलाया है। अब इसका नतीजा क्या होगा, ये अब समय के गर्भ में है। अखिल भारतीय सफाई मजदूर यूनियन का ਜਿਹੜਾ ਰੋਸ ਮੁਜ਼ਾਹਰਾ ਹੀ ਰੋਸ ਮੁਜ਼ਾਹਰਾ ਕਰਨ ਜਾ ਰਹੇ ਆ, ਉਹ ਤੀਸਰਾ ਦਿਨ ਹੈਗਾ। ਔਰ ਜਿਹੜੀਆਂ ਸਾਡੀਆਂ ਮੰਗਾਂ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਮੁੱਖ ਮੰਗਾਂ ਹੈਗੀਆਂ, ਜਿਹੜੀਆਂ ਵੀ ਸਫਾਈ ਸੇਵਕ ਤੇ ਸੀਵਰਮੈਨਾਂ ਦਾ ਹੈਲਥ ਕਾਰਡ ਜਿਹੜਾ ਬਣਾਉਣਾ ਮੈਡੀਕਲ, ਇਹ ਬਹੁਤ ਹੀ ਇੱਕ ਅਹਿਮ ਮੁੱਦਾ ਹੈਗਾ। ਔਰ ਇਹਦੇ ਵਾਸਤੇ ਆਪਾਂ ਕਈ ਦਫਾ ਡੀਸੀ ਕੰਮ ਕਮਿਸ਼ਨਰ ਸਾਹਿਬ ਨੂੰ ਮਿਲ ਚੁੱਕੇ ਆ, ਪਰ ਉਹਨਾਂ ਵੱਲੋਂ ਸਾਨੂੰ ਸਿਰਫ ਆਸ਼ਵਾਸਨ ਨਹੀਂ ਦਿੱਤੇ, ਕੰਮ ਨਹੀਂ ਹੋਇਆ। ਇਸ ਕਰਕੇ ਜਿਹੜੀ ਆਊਟਸੋਰਸ ਜਿਹੜੀ ਠੇਕੇਦਾਰੀ ਪ੍ਰਥਾ ਜਿਹੜੀ ਕਹਿਣ ਦੇ ਆ ਬੰਦ ਹੋ ਕੇ ਕੰਟਰੈਕਟ ਦੇ ਜਿਹੜੇ ਸਾਡੇ ਸੀਵਰਮੈਨ ਤੇ ਸਫਾਈ ਸੇਵਕ ਫੌਰੀ ਤੌਰ ਤੇ ਹੋਣੇ ਚਾਹੀਦੇ ਆ। ਇਹਦੇ ਬਾਰੇ ਵੀ ਡੀਸੀ ਸਾਹਿਬ ਵੱਲੋਂ ਸਾਨੂੰ ਆਸ਼ਵਾਸਨ ਨਹੀਂ ਦਿੱਤਾ, ਕੰਮ ਨਹੀਂ ਹੋਇਆ, ਜਿਹਦੇ ਕਾਰਨ ਸਾਡਾ ਸਫਾਈ ਸੇਵਕਾਂ ਤੇ ਸੀਵਰਮੈਨਾਂ 'ਚ ਕਾਫੀ ਰੋਸ਼ ਪਾਇਆ ਜਾ ਰਿਹਾ। ਇਸ ਕਰਕੇ ਮੇਰੀ ਬੇਨਤੀ ਹੱਥ ਜੋੜ ਕੇ ਕਮਿਸ਼ਨਰ ਸਾਹਿਬ ਅੱਗੇ, ਮੇਅਰ ਸਾਹਿਬ ਅੱਗੇ, ਵੀ ਜਿਹੜੀਆਂ ਮੰਗਾਂ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਇਹ ਮੰਨੀਆਂ ਜਾਣ। ਔਰ ਮੈਂ ਤੁਹਾਨੂੰ ਇੱਕ ਗੱਲ ਅੱਜ ਹੋਰ ਦੱਸ ਦੇਣਾ ਚਾਹੁੰਦਾ ਵੀ ਇਹ ਜਿਹੜੀ ਮੁਹਿੰਮ ਆ ਪੂਰੇ ਪੰਜਾਬ ਦੇ ਅੰਦਰ ਛਿੜੀ ਗਈ ਆ। ਅੱਜ ਫਗਵਾੜੇ ਦੇ ਵਿੱਚ ਸਫਾਈ ਸੇਵਕ ਤੇ ਸੀਵਰਮੈਨ ਹੜਤਾਲ ਤੇ ਬਹਿ ਗਏ ਆ। ਇਸ ਕਰਕੇ ਮੈਂ ਹੀ ਨਹੀਂ ਚਾਹੁੰਦੇ ਕਿ ਇੱਦਾਂ ਦਾ ਮਾਹੌਲ ਇੱਥੇ ਵੀ ਖਰਾਬ ਕਰੀਏ। ਅਸੀਂ ਇਸੇ ਕਰਕੇ ਅਜੇ ਤੱਕ ਤੀਸਰਾ ਜਿਹੜਾ ਦਿਨ ਅਸੀਂ ਅੰਦਰ ਹੀ ਗੇਟ ਦੇ ਕਿਸੇ ਵੀ ਸ਼ਹਿਰਦਾਰ ਨੂੰ ਪਰੇਸ਼ਾਨੀ ਨਹੀਂ ਆਉਂਦੀ ਇਹਦੇ ਦੇ। ਇਸ ਕਰਕੇ ਜਿਹੜੀਆਂ ਸਾਡੀਆਂ ਮੰਗਾਂ ਫੌਰੀ ਤੌਰ ਤੇ ਮੰਨੀਆਂ ਜਾਣ। ਔਰ ਕੱਲ੍ਹ ਇੱਕ ਜਿਹੜੀ ਸਾਨੂੰ ਟੇਬਲ ਟਾਕ ਵਾਸਤੇ ਸਾਡੇ ਡੀਸੀ ਕੰਮ ਕਮਿਸ਼ਨਰ ਨੇ ਆਪਣੇ ਡੀਸੀ ਦਫ਼ਤਰ ਸੱਦਿਆ ਵਾ। ਉਹਨਾਂ ਅੱਗੇ ਇਹ ਮੰਗ ਆ ਵੀ ਇਹ ਮੰਗ ਤੇ ਸਾਡੀ ਇੱਕ ਆ ਵੀ ਜਿਹੜੇ ਠੇਕੇਦਾਰੀ ਪ੍ਰਥਾ ਬੰਦ ਕਰਕੇ ਇਹਨਾਂ ਨੂੰ ਕੰਟੈਕਟ ਕੀਤਾ ਜਾਏ। ਔਰ ਡੀਸੀ ਸਾਹਿਬ ਜੇ ਡੀਸੀ ਸਾਹਿਬ ਕਹਿ ਰਹੇ ਆ ਵੀ ਮੈਂ ਸਰਕਾਰ ਨੂੰ ਚਿੱਠੀ ਭੇਜੀ ਦੀ ਅਪਰੂਵਲ, ਅਜੇ ਤੱਕ 15-20 ਦਿਨ ਹੋ ਚੱਲੇ ਆ, ਉਹ ਚਿੱਠੀ ਦਾ ਜਵਾਬ ਨਹੀਂ ਆ। ਬੜੀ ਸ਼ਰਮ ਦੀ ਗੱਲ ਆ ਵੀ ਚਿੱਠੀ ਭੇਜ ਕੇ ਇਹ ਨਾ ਆਪਾਂ ਸੋਚੀ ਵੀ ਫਰੀ ਹੋ ਗਏ ਆ। ਉਹ ਚਿੱਠੀ ਦੇ ਅੱਗੇ ਜਿੰਨਾ ਚਿਰ ਕੋਈ ਅਫਸਰ ਦੀ ਪੈਰਵਾਈ ਨਹੀਂ ਹੋਏਗੀ, ਚਿੱਠੀ ਨਹੀਂ ਆਣੀ। ਇਸ ਕਰਕੇ ਮੇਰੀ ਬੇਨਤੀ ਆ ਵੀ ਜਿਹੜੀ ਮੀਟਿੰਗ ਆਪਾਂ ਕੱਲ੍ਹ ਕਰਨ ਜਾ ਰਹੇ ਉਹਦੇ ਵਿੱਚ ਸਿਰਫ ਇੱਕੋ ਹੀ ਮੁੱਖ ਮੰਗ ਹੋਏਗੀ ਵੀ ਜਿਹੜੀ ਸਾਡੀ ਠੇਕੇਦਾਰੀ ਪ੍ਰਥਾ ਬੰਦ ਕਰਕੇ ਕੰਟਰੈਕਟ ਕੀਤੇ ਜਾਣ, ਤਾਂ ਜੋ ਜਿਹੜੇ ਮੁਲਾਜ਼ਮਾਂ ਦਾ ਬਣਦਾ ਹੱਕ ਇਹਨਾਂ ਨੂੰ ਦਿੱਤਾ ਜਾਏ। 15-20 ਸਾਲ ਹੋ ਚੱਲੇ ਵਿਚਾਰੇ ਸਾਡੇ ਮੁਲਾਜ਼ਮ ਕਾਰਪੋਰੇਸ਼ਨ ਦੀ ਸੇਵਾ ਕਰਦੇ ਆ। ਇਸ ਕਰਕੇ ਮੇਰੀ ਬੇਨਤੀ ਆ ਵੀ ਜਿਹੜਾ ਹੱਕ ਆ ਇਹ ਸਾਡੇ ਸਮਾਜ ਨੂੰ ਮਿਲਣਾ ਚਾਹੀਦਾ, ਬਿਨਾਂ ਹੀ ਕਿਸੇ ਸ਼ਰਤ ਔਰ ਕਾਨੂੰਨ ਤੋਂ ਬਾਹਰ ਇਹਨਾਂ ਨੂੰ ਹੱਕ ਮਿਲਣਾ ਚਾਹੀਦਾ। ਜੈ ਵਾਲਮੀਕੀ, ਹਰ ਹਰ ਵਾਲਮੀਕੀ। ਦੇਖੋ ਕੱਲ੍ਹ ਦੀ ਜਿਹੜੀ ਮੀਟਿੰਗ ਆ ਬਹੁਤ ਵਧੀਆ ਗੱਲ ਆ ਕਿ ਇਹਨਾਂ ਨੇ ਬੁਲਾਇਆ। ਅਗਰ ਉਹਦਾ ਕੋਈ ਸਹੀ ਸਿੱਟਾ ਨਹੀਂ ਨਿਕਲਿਆ ਤੇ ਜਿਹੜਾ ਕੰਮ ਆ ਬਹੁਤ ਹੀ ਜ਼ਿਆਦਾ ਜ਼ੋਰਾਂ ਸ਼ੋਰਾਂ ਨਾਲ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਕਰਾਂਗੇ ਕਿ ਜਿਹੜਾ ਸਫਾਈ ਦਾ ਕੰਮ, ਚਾਹੇ ਉਹ ਕੋਈ ਵੀ ਕਿਸੇ ਕਿਸਮ ਦਾ ਕੋਈ ਦਫ਼ਤਰ ਵੀ ਅਸੀਂ ਬੰਦ ਕਰਾਵਾਂਗੇ। ਔਰ ਬਿਲਕੁਲ ਅਸੀਂ ਸਾਰੇ ਦਫ਼ਤਰਾਂ ਨੂੰ ਤਾਲੇ ਲਗਵਾ ਦਿਆਂਗੇ, ਕਿਉਂਕਿ ਇਹ ਜਿਹੜਾ ਸਾਡੇ ਨਾਲ ਖਿਲਵਾੜ ਕੀਤਾ ਜਾ ਰਿਹਾ ਇਹ ਇੱਕ ਬੜੀ ਮੰਦਭਾਗੀ ਗੱਲ ਆ ਵੀ ਅਫਸਰ ਜਿਹੜੇ ਆ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ। ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਕਿ ਇੰਨੇ ਦਿਨ ਹੋ ਗਏ ਵੀ ਹਜੇ ਤੱਕ ਡੀਸੀ ਸਾਹਿਬ ਨੇ 15 ਦਿਨ ਪ੍ਰਧਾਨ ਜੀ ਨੇ ਦੱਸਿਆ ਕਿ ਜਿਹੜੀ ਚਿੱਠੀ ਆ ਸਾਨੂੰ ਉਹ ਲਾਗੂ ਨਹੀਂ ਹੋਈ। ਔਰ ਜਿਹੜਾ ਸਾਨੂੰ ਕੱਲ੍ਹ ਬੁਲਾਇਆ ਵਾ ਟੇਬਲ ਟਾਕ ਕਰਨ ਲਈ, ਟੇਬਲ ਟਾਕ ਇਹ ਨਾ ਸਮਝਣ ਕਿ ਇੱਕ ਮਜ਼ਾਕ ਨਾ ਬਣਾਇਆ ਜਾਏ ਸਾਡੇ ਸਮਾਜ ਦਾ। ਉਸ ਟੇਬਲ ਟਾਕ ਨੂੰ ਅਸੀਂ ਜੇ ਸਾਡੇ ਲਈ ਸਹੀ ਨਹੀਂ ਉਤਰਿਆ ਤੇ ਉਹਦੇ ਬਾਅਦ ਉਸ ਤੋਂ ਵੀ ਵਧੀਆ ਪ੍ਰਦਰਸ਼ਨ ਕਰਕੇ ਦੱਸਾਂਗੇ, ਕਿਉਂਕਿ ਡੀਸੀ ਸਾਹਿਬ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਕਿ ਜਿਹੜੀ ਇਹ ਟੇਬਲ ਟਾਕ ਆ ਸਾਨੂੰ ਮੂਰਖ ਬਣਾਉਣ ਲਈ ਨਹੀਂ ਹੋਣੀ ਚਾਹੀਦੀ, ਤਾਂ ਕਿ ਸਫਾਈ ਕਰਮਚਾਰੀ ਔਰ ਜਿਹੜੇ ਸੀਵਰਮੈਨ ਆ ਇਹਨਾਂ ਦਾ ਅੱਗੇ ਬੜਾ ਸ਼ੋਸ਼ਣ ਹੋ ਰਿਹਾ ਵਾ ਕਿ ਇਹ ਪੱਲਾ ਝਾੜਨ ਵਾਸਤੇ ਟੇਬਲ ਟਾਕ ਨਹੀਂ ਹੋਣੀ ਚਾਹੀਦੀ। ਮੇਰੀ ਬੇਨਤੀ ਆ ਕਿ ਜਿਹੜੀ ਟੇਬਲ ਟਾਕ ਆ ਇਹ ਸਾਨੂੰ ਪੱਕਾ ਆਸ਼ਵਾਸਨ ਮਿਲੇਗਾ ਤੇ ਜਿਹੜਾ ਪ੍ਰਦਰਸ਼ਨ ਆ ਬੰਦ ਹੋਏਗਾ, ਨਹੀਂ ਤੇ ਇਹ ਜਿਹੜਾ ਪ੍ਰਦਰਸ਼ਨ ਲਾਗੂ ਰਹੇਗਾ। ਜੈ ਵਾਲਮੀਕੀ, ਹਰ ਹਰ। Education embraces not only facts but also values. It inculcates such good practices which may reveal our qualities and perfections in every sphere of life. We, as a part of A&M Institute, empower knowledge with practical approach. Students can accumulate knowledge and information from wide range of books, journals available in the library. We also nurture the skills of our future managers
by the use of well-equipped and furnished laboratories. A&M Group of Institutes endeavours to impart such value-based education to our students. We welcome you all to A&M Group of Institutes, Pathankot.